फर्स्ट चैप्टर आ चैप्टर नेम आ रियल नंबर। ਰੀਅਲ ਨੰਬਰਸ ਬੇਟਾ ਕੀ ਹੁੰਦੇ ਦੇਖੋ, ਮੈਥ ਦੇ ਵਿੱਚ ਆਪਾਂ ਨੰਬਰਸ ਨਾਲ ਡੀਲ ਕਰਦੇ ਆ ਤਾਂ ਉਹਦੀਆਂ ਕੁਝ ਕੈਟੇਗਰੀਜ਼ ਹੁੰਦੀਆਂ ਵਾ। ਤਾਂ ਪੂਰੇ ਨੰਬਰਸ ਨੂੰ ਆਪਾਂ ਦੋ ਨੰਬਰਸ ਡਿਵਾਈਡ ਕਰਦੇ ਆ, ਹੋਲ ਨੰਬਰਸ ਜਿੰਨੇ ਵੀ ਆਪਣੇ ਕੋਲੇ ਨੰਬਰਸ ਹੈਗੇ ਮੈਥ ਦੇ ਵਿੱਚ। ਇੱਕ ਰੀਅਲ ਨੰਬਰ ਹੁੰਦੇ ਆ, ਸੈਕੰਡਲੀ ਕੰਪਲੈਕਸ ਨੰਬਰ ਹੁੰਦੇ ਆ। ਉਹਦੇ 'ਚ ਆਪਾਂ +1 'ਚ ਪੜਾਂਗੇ ਜਾ ਕੇ। ਤਾਂ ਇੱਕ ਪਾਰਟ ਆਪਾਂ ਪੜ੍ਹ ਰਹੇ ਹਾਂ ਰੀਅਲ ਨੰਬਰਸ। ਤਾਂ ਰੀਅਲ ਦੀਆਂ ਵੀ ਸਬ ਕੈਟੇਗਰੀਜ਼ ਆ, ਤਾਂ ਉਹਨਾਂ ਬਾਰੇ ਥੋੜਾ ਜਿਹਾ ਆਪਾਂ ਜਾਣਦੇ ਹਾਂ ਕੀ ਕੀ ਹੁੰਦੀਆਂ ਦੇਖੋ। ਤਾਂ there are two types of real numbers. One are rational numbers, rationals, and others are irrationals. ਕੁਝ ਨੰਬਰ ਨੂੰ ਆਪਾਂ ਰੈਸ਼ਨਲਸ ਬੋਲਦੇ ਆ ਤੇ ਬਾਕੀ ਜਿਹੜੇ ਆ ਇਰੈਸ਼ਨਲਸ ਆ। ਐਗਜ਼ਾਮਪਲ ਇਹਨਾਂ ਦੀ ਆਪਾਂ ਕੀ ਲਵਾਂਗੇ, ਪਹਿਲਾਂ ਡਿਫਾਈਨ ਕਰ ਲਈਏ ਹੈ ਕਿਹੜੇ ਇਹ। ਰੈਸ਼ਨਲ ਨੰਬਰਸ ਆਰ ਦੋਸ ਵਿਚ ਕੈਨ ਬੀ ਰਾਈਟ ਇਨ ਦਾ ਫਾਰਮ ਆਫ p over q। ਮੀਨਸ ਆਪਾਂ ਡਿਵਾਈਡ ਦੀ ਫਾਰਮ 'ਚ ਲਿਖ ਸਕਦੇ ਉਹਨਾਂ ਨੂੰ। ਕੋਈ ਵੀ ਰੈਸ਼ਨਲ ਨੰਬਰਸ ਨੂੰ ਆਪਾਂ ਦੋ ਨੰਬਰ ਦੀ ਡਿਵਾਈਡੇਸ਼ਨ ਦੀ ਫਾਰਮ 'ਚ ਲਿਖ ਸਕਦੇ ਹਾਂ। p over q ਫਾਰਮ ਮੀਨਸ ਕਿਸੇ ਵੀ ਨੰਬਰ ਨੂੰ ਆਪਾਂ ਦੋ ਨੰਬਰਸ ਦੀ ਡਿਵਾਈਡ ਦੀ ਫਾਰਮ 'ਚ ਲਿਖ ਸਕਦੇ ਹਾਂ। ਜਿਵੇਂ ਲੈਟ ਕਰ ਲਓ ਐਗਜ਼ਾਮਪਲ ਲਈਏ ਆਪਾਂ, ਰੈਸ਼ਨਲ ਨੰਬਰਸ ਆ ਜਿਵੇਂ 3 ਇੱਕ ਰੈਸ਼ਨਲ ਨੰਬਰਸ ਆ, ਠੀਕ ਹੈ। 0.5 ਇੱਕ ਰੈਸ਼ਨਲ ਨੰਬਰ ਆ, ਠੀਕ ਹੈ। 1/3 ਇੱਕ ਰੈਸ਼ਨਲ ਨੰਬਰ ਆ, 2/3 ਜਾਂ 2/5 ਇਜ਼ ਰੈਸ਼ਨਲ ਨੰਬਰਸ, ਜਿਹਨੂੰ ਆਪਾਂ ਓਵਰ ਦੀ ਫਾਰਮ 'ਚ ਲਿਖ ਸਕਦੇ ਹਾਂ। ਤੇ ਉਹ 3 ਨੂੰ ਤਾਂ ਲਿਖ ਨਹੀਂ ਸਕਦੇ ਆਪਾਂ ਓਵਰ ਦੀ ਫਾਰਮ 'ਚ। 3/1 ਜਿਹੜਾ ਹੋਏਗਾ ਦੇਖੋ, ਅਗਰ ਆਪਾਂ ਇਹਦੇ ਓਵਰ 1 ਲਿਖ ਦਈਏ ਤਾਂ ਮਤਲਬ ਇਹਦਾ ਸੇਮ ਹੀ ਹੋਏਗਾ ਨਾ। ਤੇ ਇਹਨੂੰ ਆਪਾਂ p over q ਫਾਰਮ 'ਚ ਲਿਖ ਸਕਦੇ। ਪੁਆਇੰਟ ਵਾਲੇ ਨੂੰ ਪੁਆਇੰਟ ਹਟਾ ਲਓ, ਨੀਚੇ 10 ਆ ਜਾਏਗਾ, ਤਾਂ 5/10 ਆਪਾਂ ਓਵਰ ਫਾਰਮ 'ਚ ਲਿਖ ਸਕਦੇ ਹਾਂ। ਤਾਂ ਰੈਸ਼ਨਲ ਨੰਬਰਸ ਆਰ ਦੋਸ ਵਿਚ ਕੈਨ ਬੀ ਰਾਈਟ ਇਨ ਦਾ ਫਾਰਮ ਆਫ p over q ਫਾਰਮ। And irrational numbers are those which cannot be right in the form of p over q, ਜਿਹਨੂੰ ਆਪਾਂ p over q ਫਾਰਮ 'ਚ ਨਹੀਂ ਲਿਖ ਪਾਵਾਂਗੇ। ਜਿਵੇਂ ਫੋਰ ਐਗਜ਼ਾਮਪਲ ਜਿਨੇ ਰੂਟ ਵਾਲੇ ਨੰਬਰ ਆ ਜਿਹਦਾ ਪੂਰਾ ਰੂਟ ਨਹੀਂ ਹੋਏਗਾ, √3, √5, √7, √8, √9 ਜਿਹੜਾ ਹੈਗਾ ਨਾ ਇਹ ਇਰੈਸ਼ਨਲ ਨਹੀਂ ਹੋਏਗਾ, ਇਹ ਹੈਗਾ ਰੈਸ਼ਨਲ ਨੰਬਰਸ ਹੋਏਗਾ √9। ਕਿਉਂ? √9 ਆਪਣੇ ਕੋਲੇ 3 ਹੁੰਦੀ ਹੈ ਵੈਲਿਊ, ਤਾਂ 3 ਇਜ਼ ਏ ਰੈਸ਼ਨਲ ਨੰਬਰ, ਠੀਕ ਹੈ। ਤਾਂ ਉਹ ਨੰਬਰ ਜਿਨ੍ਹਾਂ ਨੂੰ ਆਪਾਂ ਕੰਪਲੀਟਲੀ ਰੂਟ ਫਾਈਂਡ ਨਹੀਂ ਕਰ ਸਕਦੇ ਉਹਨਾਂ ਨੂੰ ਕੀ ਬੋਲਾਂਗੇ ਆਪਾਂ, ਇਰੈਸ਼ਨਲ ਨੰਬਰਸ। ਇੱਕ ਇਹਦੀ ਹੋਰ ਡੈਫੀਨੇਸ਼ਨ ਵੀ ਹੈਗੀ ਆ, ਉਹ ਵੀ ਧਿਆਨ 'ਚ ਦੇਖੋ। ਇੱਕ ਤਾਂ ਤੁਹਾਨੂੰ ਓਵਰ ਫਾਰਮ 'ਚ ਮੈਂ ਕਹਿ ਰਿਹਾ, ਇੱਕ ਹੁੰਦਾ ਅਗਰ ਆਪਾਂ ਡਿਵਾਈਡ ਕਰਾਂਗੇ ਇਹਨਾਂ ਨੂੰ, ਅਗਰ ਆਪਾਂ ਰੈਸ਼ਨਲ ਨੰਬਰਸ ਨੂੰ ਡਿਵਾਈਡ ਕਰਦੇ, ਮੈਂ 1/3 ਕੀਤਾ ਡਿਵਾਈਡ ਕੀਤਾ, ਜਾਂ 2 ਨੂੰ 5 ਨਾਲ ਡਿਵਾਈਡ ਕਰਾਂਗਾ, ਤੇ ਜਿਹੜਾ ਮੇਰੇ ਕੋਲੇ ਡੈਸੀਮਲ ਫਾਰਮ ਆਏਗੀ ਇਹਦੀ ਉਹ ਕਿਸ ਤਰ੍ਹਾਂ ਦੀ ਹੋਏਗੀ। ਜਿਵੇਂ ਲੈਟ ਕਰ ਲਓ ਮੈਂ 2 ਨੂੰ 5 ਨਾਲ ਡਿਵਾਈਡ ਕਰ ਰਿਹਾ, ਤਾਂ ਕਿੰਨਾ ਆਏਗਾ ਮੇਰੇ ਕੋਲੇ 2/5। ਇਹ ਡਿਵਾਈਡ ਕਰਾਂ ਇਹ ਜਾਏਗਾ 0.4। जब मैं 1 ਨੂੰ 3 ਨਾਲ ਡਿਵਾਈਡ ਕਰਾਂ ਇਹ ਕੀ ਆ ਜਾਏਗਾ, ਇਹ ਜਾਏਗਾ 0.33 ਬਾਰ आई जाएगा, 3 ਰਿਪੀਟ ਹੋ ਜਾਏਗਾ ਇਸ ਤਰ੍ਹਾਂ, 0.3333 ਆंसर आई जाएगा। ਤੇ ਇਹਦਾ ਮਤਲਬ ਕੀ ਹੋਇਆ, ਜਿਹੜੇ ਰੈਸ਼ਨਲ ਨੰਬਰਸ ਆ ਕਿਸ ਤਰ੍ਹਾਂ ਦੇ ਨੰਬਰਸ ਆ ਜਿਹਨਾਂ ਦੀ ਡੈਸੀਮਲ ਐਕਸਪੈਂਸ਼ਨ ਫਾਰਮ ਆ ਉਹ ਕੀ ਹੋਏਗੀ, ਜਾਂ ਤਾਂ ਟਰਮੀਨੇਟਿੰਗ ਹੋਏਗੀ। ਤੁਸੀਂ 9th ਵਿੱਚ ਇਹਨੂੰ ਪੜਿਆ ਹੋਏਗਾ, ਇਹਨੂੰ ਬੋਲਦੇ ਟਰਮੀਨੇਟ। ਪੁਆਇੰਟ ਤੋਂ ਬਾਅਦ ਅੱਗੇ ਡਿਜਿਟ ਆਉਣੇ ਬੰਦ ਹੋ ਗਏ ਤੇ ਕੀ ਆ, टर्मिनेटिंग फॉर्म बोलते हैं ਆਪਾਂ कि नंबर्स आर डिवीजन इज टर्मिनेटिंग। ਜਾਂ ਇਸ ਤਰ੍ਹਾਂ ਦੀ ਡਿਵੀਜ਼ਨ ਨੂੰ ਕੀ ਬੋਲਿਆ ਜਾਂਦਾ ਵਾ, ਇਹ ਡਿਵੀਜ਼ਨ ਟਰਮੀਨੇਟ ਨਹੀਂ ਹੋ ਰਹੀ ਬਟ ਰਿਪੀਟ ਹੋ ਰਹੀ ਆ, ਤੇ ਇਸ ਤਰ੍ਹਾਂ ਦੀ ਆਪਾਂ ਐਕਸਪੈਂਸ਼ਨ ਨੂੰ ਕੀ ਬੋਲਦੇ ਆ, ਰਿਪੀਟਿੰਗ। ਤਾਂ ਰੈਸ਼ਨਲ ਨੰਬਰਸ ਆਰ ਦੋਸ ਵਿਚ ਕੈਨ ਬੀ ਟਰਮੀਨੇਟਿੰਗ ਔਨ ਡਿਵਾਈਡਿੰਗ ਔਰ ਦੇ ਆਰ ਰਿਪੀਟਿੰਗ ਇਨ ਡੈਸੀਮਲ ਫਾਰਮ। ਤਾਂ ਰੈਸ਼ਨਲ ਨੰਬਰਸ ਆਪਾਂ ਕਿਹਨਾਂ ਨੂੰ ਬੋਲਾਂਗੇ, ਜਾਂ ਤਾਂ ਉਹ ਟਰਮੀਨੇਟ ਹੋ ਗਏ, ਪੁਆਇੰਟ ਤੋਂ ਬਾਅਦ ਜਿਹੜਾ ਆਪਣਾ ਡਿਜਿਟ ਆ ਉਹ ਪੂਰਾ ਡਿਵਾਈਡ ਹੋ ਗਿਆ, ਅੱਗੇ ਉਹਨਾਂ ਨੰਬਰ ਬੰਦ ਹੋ ਗਏ, ਜਾਂ ਨੰਬਰ ਆਪਣੇ ਕਿਸ ਤਰ੍ਹਾਂ ਦੇ ਹੋਣਗੇ, ਰਿਪੀਟਿੰਗ ਨੰਬਰਸ ਹੋਣਗੇ, ਉਹੀ ਨੰਬਰ ਵਾਰ-ਵਾਰ ਰਿਪੀਟ ਹੋ ਰਹੇ ਹੋਏਗਾ, ਤੇ ਇਹਨਾਂ ਨੂੰ ਵੀ ਆਪਾਂ ਰੈਸ਼ਨਲ ਨੰਬਰਸ ਬੋਲ ਦਿੰਦੇ ਆ। ਇਰੈਸ਼ਨਲ ਨੰਬਰਸ ਕਿਹੜੇ ਹੋਣਗੇ, irrationals numbers are those whose decimal expansion is none of these two form। ਇਹਨਾਂ ਦੋਨੋਂ ਫਾਰਮ ਦੇ ਵਿੱਚ ਨਹੀਂ ਹੋਏਗੀ। ਕਹਿਣ ਦਾ ਮਤਲਬ
ना तो टर्मिनेट होएगी, मैं आप 3 का रूट फाइंड आउट करांगे तो 3 का रूट होएगा 1.73 समथिंग कुछ इस तरह ही आएगा ਜਿਹੜੇ नंबर होणगे, ना तो रिपीट करनगे अपने आप ਨੂੰ, यही नंबर रिपीट हुई रिपीट नहीं करनगे, बदल बदल के नंबर आउणगे, जिवें 1.73285 अलग अलग नंबर आई जाएंगे बार बार। तो डेसिमल एक्सपेंशन किस तरह की होएगी इरेशनल नंबर्स दी, इज नॉन टर्मिनेटिंग, ना तो टर्मिनेट हो रही है, देखो टर्मिनेट नहीं हो रहा, बार बार अगर आप डिवाइड करांगे डिवीजन कदे खत्म ही नहीं होएगी यदि, अगर रूट 3 की वैल्यू फाइंड आउट करांगे तो कंटिन्यूली चलती जाएगी यदि वैल्यू। तो नॉन रिपीटिंग एंड नॉन टर्मिनेटिंग एंड नॉन रिपीटिंग, ना तो टर्मिनेट हो रहा वैल्यू ना ही रिपीट हो रही है, ठीक है। तो इस तरह की वैल्यू की बोलेंगे नॉन टर्मिनेटिंग एंड नॉन रिपीटिंग वैल्यूज। क्लियर है बेटा, दोनों फॉर्म ध्यान नाल देख लो। रैशनल नंबर्स आर दोस व्हिच कैन बी राइट इन द फॉर्म ऑफ p over q, और a decimal expansion of those numbers are terminating or repeating. But for irrational numbers the decimal form is non terminating and non repeating. पर मीनिंग भी बहुत समझना गला, रट्टा ना मार लो चीज। नॉन रिपीटिंग मीनस वार वार नंबर रिपीट नहीं हो रहे, मैं इधर 3 बार बार आ रहे हैं नंबर, इसनों आप फॉर्म भी लिख देंगे छोटी क्लास देखा होना, 0.33 नो लिख देंगे 0.3 बार, 3 का बार पाउंड मतलब 3 बार बार रिपीट हो रहा। बट अब अगर इरेशनल नंबर्स की डेसिमल एक्सपेंशन देखेंगे तो कोई भी नंबर अपने आप रिपीट नहीं करेगा, मतलब उसी पैटर्न नहीं रिपीट होएगा। हो सकता है देखो 7 आया, 7 इतने आ गया, पर 7 तो बाद अगे 3 आया सी, हुण 7 तो बाद 2 आ गया, तो फॉर्म नहीं रिपीट होएगी, डिफरेंट डिफरेंट नंबर्स आई जाएंगे अपने को डिवीजन तो बाद। क्लियर है पुत्र? यस सर। अगर पुत्र किसी डाउट हजे भी लग रहा है तो जरूर पूछ लो मैनू। क्लियर है सर। ओके बेटा, ਤਾਂ ਇਹ ਟੌਪਿਕ ਦਾ ਬੇਸਿਕ ਸੀ ਜਿਹੜੇ ਆਪਾਂ ਹੁਣ ਕੀਤੇ ਆ। ਇਸ ਤੋਂ ਬਾਅਦ ਇਸ ਟੌਪਿਕ ਦੇ ਵਿੱਚ ਆਪਾਂ ਨੈਕਸਟ ਟੌਪਿਕ ਜਿਹੜਾ ਆਪਣਾ ਇਹ ਆਪਾਂ ਸਿਰਫ ਨੰਬਰ ਦੇਖਿਆ, ਰੈਸ਼ਨਲਸ ਕਿਹੜੇ ਹੁੰਦੇ, ਰੈਸ਼ਨਲਸ ਕਿਹੜੇ ਹੁੰਦੇ ਆ, ਇਹਦੇ ਬੇਸ ਤੇ ਸਮ ਹਜੇ ਅੱਗੇ ਆਉਣਗੇ। ਜਿਹੜੇ ਆਪਣੀ ਸਟਾਰਟਿੰਗ ਵਾਲੇ ਸਮ ਆ ਉਹ ਥੋੜੇ ਡਿਫਰੈਂਟ ਟੌਪਿਕ ਦੇ ਬੇਸ ਤੇ ਆਲਰੇਡੀ ਤੁਸੀਂ ਕੀਤਾ ਹੋਇਆ ਉਹ ਟੌਪਿਕ ਜਿਹਨੂੰ ਬੋਲਦੇ ਐਲਸੀਐਮ ਐਂਡ ਐਚਸੀਐਫ। ਤੋਂ ਪਹਿਲਾਂ ਆਪਾਂ ਪੜ੍ਹ ਲੈਨੇ ਆ LCM and HCF of rational numbers. ਹੁਣ ਆਪਾਂ ਪਹਿਲਾਂ ਰੈਸ਼ਨਲ ਨੰਬਰਸ ਪੜ੍ਹ ਲਈਏ, ਫਿਰ ਆਪਾਂ ਇਰੈਸ਼ਨਲਸ ਪੜਾਂਗੇ। ਤਾਂ ਰੈਸ਼ਨਲ ਨੰਬਰਸ ਦਾ ਆਪਾਂ LCM ਕਿਵੇਂ ਲੈਣੇ ਆ ਦੇਖੋ, ਜਾਂ HCF ਕਿਵੇਂ ਲੈਣੇ ਆ, ਤੋਂ ਸਿੱਖਣਾ ਆਪਾਂ। ਥੋੜੇ ਬਹੁਤ ਮੈਥਡ ਤੁਸੀਂ ਪਹਿਲਾਂ ਵੀ ਕੀਤੇ ਹੋਏ ਆ ਛੋਟੀਆਂ ਕਲਾਸਾਂ ਦੇ ਵਿੱਚ, ਪਰ ਇੱਥੇ ਜਿਹੜਾ ਆਪਾਂ ਮੈਥਡਸ ਕਰਨ ਜਾ ਰਹੇ ਆ, ਮੈਥਡ ਕਰਨ ਜਾ ਰਹੇ ਆ ਉਹ ਹੈਗਾ ਫੈਕਟਰਾਈਜੇਸ਼ਨ ਮੈਥਡ, ਜਾਂ ਪ੍ਰਾਈਮ ਫੈਕਟਰਾਈਜੇਸ਼ਨ ਮੈਥਡ ਬੋਲਦੇ ਇਹਨੂੰ, ਪ੍ਰੋਪਰਲੀ ਨੇਮ ਇਹਦਾ prime factorization method to find out the LCM and HCF of any 2 or 3 numbers. Let's take an example of 2 number. Suppose the numbers are 12 and 15. दो नंबर आप ले लेने 12 and 15। तो इन्हां दी आपां की करना है, HCF ते LCM दोनों फाइंड आउट करने हैं। अब प्राइम फैक्टराइजेशन कर लो, यदि means the prime factor find out कर लो 12 दे, divide by 2 6 then 3 2 then 2 1। the prime factors of 12 are 2 बार 2 आ रहा, 2 times 2 आ रहा, 1 time 3 आ रहा, एक बार 1 आ रहा। सिमिलरली 15 दे प्राइम फैक्टर मैं लिख देना, तुसी इजीली फाइंड आउट कर सकते हो 3 into 5 into 1। तो 12 दे प्राइम फैक्टर आप फाइंड आउट कर ले, 15 दे प्राइम फैक्टर्स फाइंड कर ले। Now HCF of these two number is, HCF means full form of HCF की होती बोलो बेटा, HCF दी full form पता होगा किसी ने? हाईएस्ट कॉमन फैक्टर। हाँ जी बेटा, हाईएस्ट कॉमन फैक्टर मींस ਵੱਡੇ ਤੋਂ ਵੱਡਾ ਕਾਮਨ ਫੈਕਟਰ ਦੇਖਣਾ ਆਪਾਂ ਕਿਹੜਾ ਹੋਏਗਾ, ਠੀਕ ਹੈ। ਮੈਕਸਿਮਮ ਵੱਡੇ ਤੋਂ ਵੱਡੀ ਵੈਲਿਊ ਕਿਹੜੀ ਆ ਸਕਦੀ, ਤੋਂ ਕਿਵੇਂ ਆਪਾਂ ਅਚੀਵ ਕਰ ਸਕਦੇ ਆ, ਆਪਾਂ ਕਾਮਨ ਫੈਕਟਰ ਲਿਖ ਲੈਣੇ ਕਿਹੜੇ ਕਿਹੜੇ। ਦੇਖੋ ਇਹਦਾ ਇੱਕ ਕਾਮਨ ਫੈਕਟਰ ਆ ਰਿਹਾ 3 ਕਾਮਨ ਆ ਦੋਨਾਂ ਦੇ ਵਿੱਚ, ਹੋਰ 1 ਕਾਮਨ ਆ, 1 ਲਿਖੋ ਨਾ ਲਿਖੋ ਕਿਉਂਕਿ 1 into ਕਰਾਂਗੇ ਤਾਂ ਸਮਥਿੰਗ ਸੇਮ ਹੀ ਰਹੇਗੀ ਵੈਲਿਊ, ਤਾਂ 3 ਲਿਖਾਂਗੇ ਆਪਾਂ, 3 ਕਾਮਨ ਫੈਕਟਰ ਹੈ ਇਹਦਾ। ਜੇ 1 ਲਿਖਣਾ ਤਾਂ ਲਿਖ ਦੋ, ਕੋਈ ਜ਼ਿਆਦਾ ਫਰਕ ਨਹੀਂ ਪਏਗਾ ਉਹਦੇ ਨਾਲ। ਤਾਂ HCF ਆ ਗਿਆ ਆਪਣੇ ਕੋਲੇ 3।
अगर लैट कर लो इतने 2 भी हुंदा मान लो ये फैक्टर दे विच, फिर 2 भी कॉमन फैक्टर आ जाना सी, वो भी इतने लिखना सी 1 दी जगह, बट हुण 2 है नहीं गा, तो वी हैव ओनली 3 एज ए कॉमन फैक्टर। सो HCF ऑफ 12 and 15 is 3, and LCM is the lowest common multiple। LCM ਆਪਾਂ ਬੋਲਦੇ ਆ ਲੋਐਸਟ ਕਾਮਨ ਮਲਟੀਪਲ, ਸਭ ਤੋਂ ਛੋਟਾ ਜਿਹੜਾ ਕਾਮਨ ਮਲਟੀਪਲ ਆ ਉਹ ਲਿਖਣਾ ਆਪਾਂ। ਤੇ ਇਹਦੇ 'ਚ ਆਪਾਂ ਕੀ ਲਿਖਣਾ ਹੁੰਦਾ, ਇਹਨੂੰ ਫਾਈਂਡ ਆਊਟ ਕਰਨਾ ਮੈਥਡ ਕੀ ਆ ਪ੍ਰਾਈਮ ਫੈਕਟਰਾਈਜੇਸ਼ਨ ਦੇ ਮੈਥਡ ਦੇ ਨਾਲ। ਕਿਹੜਾ 2 ਦੇਖੋ 2 ਇਹਦੇ 'ਚ ਇੱਕ ਫੈਕਟਰ 2 ਆ, ਇੱਕ 3 ਆ, ਇੱਕ 5 ਆ, ਤਾਂ 2 ਇਹਦੇ 'ਚ 2 ਵਾਰ ਆ ਰਿਹਾ, ਇਹ 'ਚ 2 ਆਇਆ ਨਹੀਂਗਾ, ਇਹਦੇ 'ਚ 2 ਟਾਈਮਸ ਆਇਆ, ਇਹਦੇ ਵਿੱਚ 2 ਆ ਹੀ ਨਹੀਂ ਰਿਹਾ। ਤਾਂ ਆਪਾਂ ਕੀ ਲੈਣਾ 2 ਦੀ ਪਾਵਰ ਕਿੰਨੀ ਲੈਣੀ ਹੈ, ਦੇਖੋ ਇੱਥੇ ਲਿਖਣੀ ਕੀ ਹੈ ਐਲਸੀਐਮ ਦੇ ਵਿੱਚ, ਹਾਈਐਸਟ ਪਾਵਰ ਆਫ 2 ਲਿਖਣੀ ਹੈ, 2 ਦੀ ਹਾਈਐਸਟ ਪਾਵਰ। ਤਾਂ ਆਪਾਂ ਇਹਦੇ ਵਿੱਚ ਪਾਵਰ ਕਿੰਨੀ ਆ ਰਹੀ ਹੈ 2 ਦੀ, 2 ਪਾਵਰ ਆ ਰਹੀ ਨਾ, 2 ਟਾਈਮਸ ਰਿਪੀਟ ਹੋ ਰਿਹਾ। ਇਹਦੇ 15 ਦੇ ਵਿੱਚ 2 ਕਿੰਨੇ ਵਾਰ ਆ ਰਿਹਾ, ਕਿਸੇ ਵਾਰ ਵੀ ਨਹੀਂ ਆ ਰਿਹਾ। ਤਾਂ ਆਪਾਂ ਹਾਈਐਸਟ ਪਾਵਰ ਵਾਲਾ ਨੰਬਰ ਲੈਣਾ, ਜਿਵੇਂ ਮੈਂ ਐਗਜ਼ਾਮਪਲ ਤੌਰ ਤੇ ਮੈਂ ਇੱਥੇ 2 ਲਿਖ ਲੈਂਦਾ ਹੈ, ਫਿਰ ਇਹ 'ਚ 2 ਕਿੰਨੇ ਵਾਰ ਆ ਰਿਹਾ 2 ਟਾਈਮਸ, ਇਹ 'ਚ 2 ਕਿੰਨੇ ਵਾਰ ਆ ਰਿਹਾ 1 ਟਾਈਮਸ। ਤਾਂ ਮੈਂ ਕੀ ਲਿਖਣਾ ਸੀਗਾ 2 ਟਾਈਮਸ ਵਾਲਾ 2 ਲਿਖਣਾ ਸੀ, ਮਤਲਬ 2 ਦੀ 2 ਪਾਵਰ ਲੈਣੀ ਸੀ। ਬਟ ਇੱਥੇ ਜੇਕਰ ਮੰਨ ਲਓ ਇਹਦੇ ਫੈਕਟਰ ਦੇ ਵਿੱਚ ਅਗਰ 2 3 ਟਾਈਮਸ ਆ ਰਿਹਾ ਹੁੰਦਾ, ਇਹਦੇ ਵਿੱਚ 2 ਟਾਈਮਸ ਆ ਰਿਹਾ, ਇਹ 3 ਫੈਕਟਰਸ ਆ 2 ਦੀ ਪਾਵਰ 3 ਆ ਰਿਹਾ, ਇਹਦੇ ਵਿੱਚ 2 ਦੀ ਪਾਵਰ 2 ਆ ਰਿਹਾ ਵਾ। ਤਾਂ ਮੈਕਸਿਮਮ ਟਾਈਮਸ ਕਿੰਨੇ ਵਾਰੀ ਆ ਰਿਹਾ 2 ਵਾਰ ਆ ਰਿਹਾ ਕਿ 3 ਵਾਰ ਆ ਰਿਹਾ, 3 ਟਾਈਮਸ ਆ ਰਿਹਾ। ਤਾਂ ਆਪਾਂ ਇੱਥੇ 2 ਦੀ ਪਾਵਰ ਕੀ ਲੈਣੀ ਸੀ 3 ਲੈਣੀ ਸੀ, ਠੀਕ ਹੈ। ਤਾਂ ਐਲਸੀਐਮ ਕੱਢਣ ਵੇਲੇ ਆਪਾਂ ਕੀ ਨਾ ਜਿਹੜੇ ਫੈਕਟਰ ਆ ਪ੍ਰਾਈਮ ਫੈਕਟਰ ਆ ਉਹਦੀ ਹਾਈਐਸਟ ਪਾਵਰ ਲਵਾਂਗੇ। ਤਾਂ ਇਹਦੇ ਵਿੱਚ ਹਾਈਐਸਟ ਪਾਵਰ ਕੀ ਜੋ ਆਪਾਂ ਐਗਜ਼ਾਮਪਲ ਲਈ ਹੋਈ ਆ ਹੁਣ, ਇੱਕ ਦੇ ਵਿੱਚ 2 ਦੀ 2 ਪਾਵਰ ਆ, ਇੱਕ ਦੇ ਵਿੱਚ 2 ਦੀ ਕੋਈ ਪਾਵਰ ਹੈ ਹੀ ਨਹੀਂ, ਤਾਂ ਆਪਾਂ ਮੈਕਸਿਮਮ ਪਾਵਰ ਲਵਾਂਗੇ 2 ਦੀ 2। ਫਿਰ 3 ਦੇਖੋ 3 ਦੀ 1 ਪਾਵਰ ਇਹਦੇ ਵਿੱਚ ਇੱਕ ਵਾਰ ਰਿਪੀਟ ਹੋ ਰਿਹਾ 3, ਇਹਦੇ 'ਚ ਵੀ 3 ਇੱਕ ਵਾਰ ਰਿਪੀਟ ਹੋ ਰਿਹਾ। ਤਾਂ ਅਗਰ 3 ਇੱਕ ਵਾਰ ਰਿਪੀਟ ਹੋ ਰਿਹਾ, ਦੋਨਾਂ 'ਚ ਸੇਮ ਪਾਵਰ ਆ 3 ਦੀ, ਤਾਂ 1 ਹੀ ਲਾਏਗਾ। ਜੇ ਕਿਸੇ ਜ਼ਿਆਦਾ ਹੁੰਦੀ ਤਾਂ ਉਹ ਵੱਧ ਵਾਰ ਲੈ ਲੈਣਾ ਸੀ ਆਪਾਂ। 5 ਇਹਦੇ ਵਿੱਚ 1 ਟਾਈਮ ਆ ਰਿਹਾ, ਇਹਦੇ ਵਿੱਚ ਕੋਈ ਵਾਰ ਨਹੀਂ ਆ ਰਿਹਾ, ਤਾਂ ਹਾਈਐਸਟ ਪਾਵਰ ਲੈਣੀ ਹੈ 5 ਦੀ, ਹਾਈਐਸਟ ਟਾਈਮ ਜਿਹੜਾ ਰਿਪੀਟ ਹੋ ਰਿਹਾ ਉਹ ਲਵਾਂਗੇ, ਤਾਂ 5 ਹੀ ਆ। ਤਾਂ ਐਲਸੀਐਮ ਆਪਣੇ ਕੋਲ ਆ ਜਾਊਗਾ ਮਲਟੀਪਲਾਈ ਕਰਨ ਤੋਂ ਬਾਅਦ ਇਹਨਾਂ ਦਾ 15 into 4 60, ਠੀਕ ਹੈ। ਇਹਨਾਂ ਦੋਨਾਂ ਦਾ ਜਿਹੜਾ ਐਲਸੀਐਮ ਆਪਣੇ ਕੋਲੇ 60 ਆ ਜਾਏਗਾ, ਠੀਕ ਹੈ ਪੁੱਤਰਾ। ਤਾਂ ਮੈਥਡ ਆ ਐਲਸੀਐਮ ਤੇ ਐਚਸੀਐਫ ਫਾਈਂਡ ਆਊਟ ਕਰਨਾ। ਇੱਕ ਦੋ ਐਗਜ਼ਾਮਪਲ ਮੈਂ ਹੋਰ ਲੈਣਾ ਵਾ, ਫਿਰ ਆਪਾਂ ਨੂੰ ਜ਼ਿਆਦਾ ਕਰੈਕਟਲੀ ਪਤਾ ਲੱਗ ਜਾਏਗਾ, ਠੀਕ ਹੈ ਕਿਸ ਤਰ੍ਹਾਂ ਕਰਨਾ ਸਾ। ਇੱਕ ਐਗਜ਼ਾਮਪਲ ਹੋਰ ਲਓ ਬੇਟਾ। ਤਾਂ ਹੋਮਵਰਕ ਪਹਿਲਾਂ ਥੋੜਾ ਕਲੀਅਰ ਕਰ ਲਓ ਪਤਾ ਉਹਦਾ ਕੱਲ ਦਾ, ਜਿਹੜੀ ਫਸਟ ਐਕਸਰਸਾਈਜ਼ ਆ ਤੇ ਸੈਕੰਡ ਐਕਸਰਸਾਈਜ਼ ਆ 1.1 ਤੇ 1.2, ਇਹਦੇ ਸਾਰੇ ਸਮ ਨਹੀਂ ਕਰਨੇ, ਸਿਰਫ ਤੁਸੀਂ ਐਚਸੀਐਫ ਤੇ ਐਲਸੀਐਮ ਕੱਢਣ ਵਾਲੇ ਸਮ ਆ ਦੋਨੋਂ ਐਕਸਰਸਾਈਜ਼ ਦੇ ਵਿੱਚ। ਜਿਹੜਾ ਫਸਟ ਚੈਪਟਰ ਆ ਨਾ, ਫਸਟ ਦਾ ਫਸਟ ਪਾਰਟ ਆ, ਉਹਦੇ 'ਚ ਵੈਸੇ ਲਿਖਿਆ ਹੋਇਆ ਇਹਨਾਂ ਨੇ फाइंड LCM एंड HCF बाय डिवीजन एल्गोरिथम मैथड ना करना वा, पर आप वो मैथड नहीं है लाउणागा, सिर्फ तुसीं प्राइम मैथड दे नाल जिहड़ा हैगा प्राइम फैक्टराइजेशन मैथड है, इसे मैथड दे नाल तुसीं दोनों दे HCF ते LCM कढने आ, ठीक है। फस्ट पार्ट दे विच भी जिहड़े सम आ, सैकंड दे विच भी सम आ। तां सैकंड जिहड़ा हैगा पार्ट अपने कोल एक होर एग्जांपल लैने आपां, एक होर एग्जांपल लईए। लेट कर लो एंड 3 नंबर्स अपने को है, चल 2 वाला करते हैं पहला। 2 नंबर है 27, एक नंबर है अपने को 60, 2 नंबर आ, तो इन्हां दी आपां एलसीएम एचसीएफ लेना। तो 27 दे प्राइम फैक्टर्स बना लेने, मैं सीधा लिख देना, तुसीं जिहड़ा मैथड तुहानूं मैं दस्सिया सीगा वो मैथड दे नाल प्राइम फैक्टर बना लिओ। 27 दे 60 दे 1 लिखण नूं रहंदा करो, शायद कोई बड़ा यूज नहीं इहदा। 60 दे प्राइम फैक्टर्स बन गए 2 into 2 into 3 into 5। तो HCF की आ जाएगा इन्हां दा, HCF मींस हाईएस्ट कॉमन फैक्टर। तो कॉमन फैक्टर केड़ा देखो इन्हां दे विच 3 आ रहा कॉमन फैक्टर, और 2 सर 2 किथे बेटा, ऊपर तो 3 आ सारे, नहीं सर कौन एक ही है, कला 3 आ। तो HCF इन्हां दा 3 आ जाएगा अपना, ठीक है। LCM की आएगा, एलसीएम बताएगा जिवें मैं दस्सिया सी 3 दी मैक्सिमम पावर देखो, पहला 3 दी पावर ऊपर 3 आ, नीचे 3 दी पावर 1 आ, तो आप हाईएस्ट पावर ऑफ 3 यूज करनी है। तो 3 पावर 1 आ, इत्थे 3 पावर 3 आ, तो जिहड़ा वध टाइम रिपीट हो रहा 3 वो आप यूज करांगे।
3 टाइम्स 3 आ गया। 2 देखो ऊपर वाले 2 आ ही नहीं रहा, नीचे वाले 2 2 टाइम्स आ रहा, तो हाईएस्ट पावर 2 की यूज करनी है आप, वो हो जाएगी 2 टाइम्स 2। उस बाद एक नंबर 5 आ, ऊपर 5 की पावर देखो है ही नहीं गी, नीचे 5 की पावर 1 आ, तो हाईएस्ट पावर 5 की 1 यूज कर लेंगे आप। इन्हों कर देंगे मल्टीप्लाई, ये आ जाएगा 10 24 540 आ जाएगा इन्हों का एलसीएम। ठीक है, एक बार बेटा दोबारा रिपीट कर लियो जरूर, घरे जाके दोबारा वीडियो देख लो एक बार यूट्यूब तो, अगर कुछ हुण भी तुहानूं लग रहा कोई प्रॉब्लम लग रही तो हुण जरूर पूछ लो मेरे तो। एक आप 3 नंबर वाला करते हैं, चलो अगर 3 नंबर्स आ जाए किस तरह करेंगे फिर आप, ये 2 नंबर सीगे, अगर आप एलसीएम या एचसीएफ 3 नंबर्स का फाइंड करना तो किस तरह कर सकते हैं, देखो लेट एनी 3 नंबर्स, 1 is 18, second is 54, let third number is 102, 102। ठीक है, 3 नंबर्स अपने को, तो इन्हों का आप एचसीएफ फाइंड आउट करना, तो फैक्टराइजेशन कर लो, 18 के फैक्टर जो बन गए 3 इंटू 3 इंटू 2, 54 के फैक्टर्स बन गए वो बन गए 3 इंटू 3 इंटू 3 इंटू 2। बेटा अगर तुम डायरैक्टली फैक्टर बना सकते तो लिख सकते हैं, ठीक है, पेपर करके दिखाने की जरूरत नहीं होती कोई, अगर डायरैक्टली तुम्हें फैक्टर बनाने आते हैं तो कर सकते हो, अगर नहीं आते तो जो मैथड है वो बना सकते। 2 इंटू 3 इंटू 17, ये 102 के फैक्टर्स बन गए अपने को। तो एचसीएफ इन्हों का फाइंड आउट करना आप, तो एचसीएफ की होएगा कॉमन फैक्टर, इन्हों का हाईएस्ट कॉमन फैक्टर, तो कॉमन फैक्टर की आ रहा देखो हम, देखो तिना आप तिना का कॉमन फैक्टर देखा, 3 नंबर्स का कॉमन फैक्टर देखा आप तीनों नंबर्स का, तो तीनों नंबर्स का कॉमन फैक्टर दसो कि वा 3 सर। हाँ जी बेटा 3 है, देखो 3 जो तिना के पिछे रिपीट हो रहा वा, 1 टाइम 3 आ रहा, कई बार 2 टाइम्स भी 3 आ सकता है, फिर 2 बार 3 लिखना सी आप, पर 3 1 टाइम ही रिपीट हो रहा, 2 भी हो रहा बेटा, 2 नहीं देख रहे तुम, 2 भी देखो 2 भी रिपीट हो रहा तिना दे विच, तो एक 2 आ जाएगा इंटू एक 3 आ जाएगा, तो इन्हों का एचसीएफ आ जाएगा 6। एलसीएम एलसीएम तो की आ जाएगा, एलसीएम एलसीएम आ जाएगा, देखो ही मैं तुहानूं कहा सी पहला 3 की पावर देखो कितनी कितनी है, इत्थे 3 की पावर 2 आ, 3 की पावर 3 आ, 3 की पावर 1 आ, फर्स्ट 3 2 टाइम्स आ रहा, सैकेंड 3 3 टाइम्स आ रहा, थर्ड 3 1 टाइम्स आ रहा, तो मैक्सिमम टाइम्स जिथे रिपीट हो रहा 3 वो यूज करा, तो मैक्सिमम टाइम 3 टाइम्स रिपीट हो रहा, तो 3 टाइम्स 3 लिखा जाएगा। 2 2 तीनों च एक बार आ रहा, तो एक बार लिखा जाएगा, तो उस बाद 17 ये आ ही नहीं रहा, 17 ये भी नहीं आ रहा, ये 1 टाइम आ रहा 17, तो हाईएस्ट पावर 1 टाइम आप यूज कर लेंगे, तो इन्होंने मल्टीप्लाई कर देंगे, तो मल्टीप्लाई करने तो बाद अपने को एचसीएफ एलसीएम आ जाएगा ना तिना का, तो मल्टीप्लाई देख लो की आएगी जी 54 इंटू 918 सर। हाँ जी बेटा 918 900 900 918 918, एक मिनट मैंने चेक कर लें दो, 54 इंटू 17 85, हाँ जी बेटा सही है 918 आएगी, देखो ठीक है बेटा, इस तरह आप एलसीएम ते एचसीएफ कढ़ना, तो थोड़ा अज होमवर्क यही है घर का, तुसीं घरे जाओगे तो आपका ये चैप्टर है फर्स्ट चैप्टर स्टार्ट कर लेना, तो ये एचसीएफ ते एलसीएम के सामा तुसीं रफ कॉपी के उपर करने हैं, ठीक है, कल चेक करवा के फिर फेयर ते कर लियो, ਜਿਹੜੇ कुछ सम ਜਿਹੜੇ ਆਪਾਂ नहीं की ना टाइप्स वो एक बार ਛੱਡ ਦਿਓ, ਜਿਹੜੇ ਐਲਸੀਐਮ ਤੇ ਐਚਸੀਐਫ ਦੇ ਸਮ ਜਿੰਨੇ ਵੀ ਆਪਣੇ ਕੋਲੇ ਹੈਗੇ ਆ, ਫਸਟ ਐਕਸਰਸਾਈਜ਼ ਤੇ ਸੈਕੰਡ ਐਕਸਰਸਾਈਜ਼ ਦੋ ਐਕਸਰਸਾਈਜ਼ ਦੇ ਵਿੱਚ ਸਮ ਹੋਣਗੇ, ਤਾਂ ਫਸਟ ਸੈਕੰਡ ਐਕਸਰਸਾਈਜ਼ ਦੋਨੋਂ ਤੁਸੀਂ ਰਿਪੀਟ ਕਰ ਲੈਣੀ ਆ, ਠੀਕ ਹੈ, ਅਗਰ ਐਲਸੀਐਮ ਦੇ ਵਿੱਚ ਕੋਈ ਪ੍ਰੋਬਲਮ ਲੱਗ ਰਹੀ ਹੈ ਲੈਣ ਦੇ ਵਿੱਚ ਤਾਂ ਜਰੂਰ ਮੈਨੂੰ ਹੁਣੇ ਪੁੱਛ ਲਓ ਤੁਸੀਂ। सर इन्होंने स्टेटमेंट कम कर लिया राइट।
नहीं वो तो मैं कह रहा ना स्टेटमेंट वाले नहीं अजे करने तुसीं जो विदाउट स्टेटमेंट सम आ जे स्टेटमेंट वाले सम च एलसीएम एचसीएफ लेना वो तुसीं कर सकते हो एक एल्गोरिदम वाले सम आ वो नहीं तुसीं करनेगे ਜਿਵੇਂ ਇੱਕ ਸਮ ਅੱਛਾ 3Q ਵਗੈਰਾ ਫਾਰਮ ਚ 3m+1 3m+8 ਵਾਲੀ ਫਾਰਮ ਚ ਉਹ ਨਹੀਂ ਅਜੇ ਤੁਸੀਂ ਕਰਨੇਗੇ ਜਿਹੜੇ ਮੈਂ ਟਾਈਪ ਕਰਵਾਈ ਹੈ ਇਹਦੇ ਵਿੱਚ ਸਿਰਫ ਐਲਸੀਐਮ ਲੈਣ ਵਾਲੇ ਆ ਤੇ ਐਚਸੀਐਫ ਲੈਣ ਵਾਲੇ ਆ ਸੈਕੰਡ ਐਕਸਰਸਾਈਜ਼ ਦੇ ਵਿੱਚ ਜ਼ਰੂਰ ਸ਼ਾਇਦ ਇੱਕ ਦੋ ਹੋਣਗੇ ਸਮ ਜਿਹਨਾਂ ਤੁਸੀਂ ਸਟੇਟਮੈਂਟ ਵਾਲੀ ਸਮ ਦਾ ਐਲਸੀਐਮ ਜਾਂ ਐਚਸੀਐਫ ਲੈਣਾ ਵਾ ਆਪਾਂ ਤਾਂ ਟਰਾਈ ਕਰ ਲਿਓ ਅਗਰ ਹੋ ਗਏ ਤਾਂ ਠੀਕ ਹੈ ਨਹੀਂ ਨਾ ਹੋਏ ਤਾਂ ਕੱਲ ਮੈਂ ਕਰਵਾਉਂਗਾ